ਸੋ ਡੀਐਸਜੀ ਐਮਸੀ ਚੋਣਾਂ ਦੇ ਨਾਲ ਜੁੜੀ ਵੱਡੀ ਖਬਰ, ਧਾਰਮਿਕ ਪਾਰਟੀਆਂ ਨੂੰ ਹੀ ਚੋਣਾਂ ਲੜਨ ਦੀ ਇਜਾਜ਼ਤ। ਸ਼੍ਰੋਮਣੀ ਅਕਾਲੀ ਦਲ ਬਾਦਲ ਚੋਣਾਂ ਨਹੀਂ ਲੜ ਸਕੇਗਾ। ਇਸ ਨੋਟੀਫਿਕੇਸ਼ਨ ਦੇ ਵਿੱਚ ਅਕਾਲੀ ਦਲ ਬਾਦਲ ਦਾ ਨਾਂ ਹੀ ਨਹੀਂ ਹੈ। ਧਾਰਮਿਕ ਪਾਰਟੀਆਂ ਨੂੰ ਚੋਣਾਂ ਲੜਨ ਦੀ ਇਜਾਜ਼ਤ ਦੱਸੀ ਜਾ ਰਹੀ ਹੈ। 6 ਪਾਰਟੀਆਂ ਨੂੰ ਚੋਣਾਂ ਲੜਨ ਦੀ ਇਜਾਜ਼ਤ ਮਿਲੀ ਹੈ। ਸੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਤੇ ਵੱਡੀ ਖਬਰ ਦਿੱਲੀ ਚੋਣਾਂ ਸੰਬੰਧੀ ਤੁਹਾਨੂੰ ਦੱਸ ਦਈਏ। ਡੀਐਸਜੀ ਐਮਸੀ ਦੀਆਂ ਚੋਣਾਂ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ। 25 ਤਰੀਕ ਨੂੰ ਵੋਟਾਂ ਪੈਣਗੀਆਂ, 25 ਅਪ੍ਰੈਲ ਨੂੰ, 28 ਅਪ੍ਰੈਲ ਨੂੰ ਨਤੀਜੇ ਆਣੇ ਨੇ। ਪਰ ਉਸ ਤੋਂ ਪਹਿਲਾਂ ਇਹ ਵੱਡਾ ਅਪਡੇਟ, ਵੱਡੀ ਖਬਰ, ਸਿਰਫ 6 ਹੀ ਪਾਰਟੀਆਂ ਨੂੰ ਚੋਣਾਂ ਲੜਨ ਦੀ ਇਜਾਜ਼ਤ ਮਿਲੀ ਹੈ। ਦੱਸਿਆ ਜਾ ਰਿਹਾ ਕਿ ਸਿਰਫ ਧਾਰਮਿਕ ਪਾਰਟੀਆਂ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਸ ਦੇ ਵਿੱਚ ਨਹੀਂ ਗਿਣਿਆ ਗਿਆ। ਸੋ ਇਹ ਵੱਡਾ ਅਪਡੇਟ ਤੁਹਾਨੂੰ ਦੱਸ ਰਹੇ ਹਾਂ। ਡੀਐਸਜੀਐਮਸੀ ਚੋਣਾਂ ਨਾਲ ਜੁੜੀ ਇਹ ਵੱਡੀ ਖਬਰ, ਅਕਾਲੀ ਦਲ ਬਾਦਲ ਚੋਣਾਂ ਨਹੀਂ ਲੜ ਸਕੇਗਾ ਕਿਉਂਕਿ ਸਿਰਫ ਧਾਰਮਿਕ ਪਾਰਟੀਆਂ ਨੂੰ ਹੀ ਇਹ ਇਜਾਜ਼ਤ ਹੈ ਤੇ ਉਹੀ ਚੋਣਾਂ ਲੜ ਸਕਣਗੀਆਂ। ਸਿਆਸੀ ਪਾਰਟੀਆਂ ਨਹੀਂ ਇਸ ਦੇ ਵਿੱਚ ਸ਼ਾਮਲ ਹੋਣਗੀਆਂ, ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਇਸ ਚੋਂ ਬਾਹਰ ਰੱਖਿਆ ਗਿਆ। ਡਾਕਟਰ ਦਲਜੀਤ ਚੀਮਾ जुड़ चुके हैं साडे नाल। चीमा साहब, किस तरह वेख रहे हो इसनूं? सिर्फ धार्मिक पार्टियां नूं चोण लड़न दी इजाजत है, श्रोमणी अकाली दल बादल दा नां ही नहीं है। देखो गल है कि बड़ी हैरानी की गल है कि ਜਿਹੜੀ ਪਾਰਟੀ ਇਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸੇਵਾ ਸੰਭਾਲਦੀ ਹੈ ਜੀ, ਚੁਣੀ ਹੋਈ ਸੰਸਥਾ ਦੀ, ਉਸ ਸੰਸਥਾ ਨੂੰ ਉਸ ਪਾਰਟੀ ਨੂੰ ਜਿਹੜਾ ਹੈਗਾ ਚੋਣਾਂ ਚੋਂ ਬਾਹਰ ਕੀਤਾ ਜਾ ਰਿਹਾ। ਔਰ ਦਿੱਲੀ ਸਰਕਾਰ ਦੀ ਔਰ ਕੇਂਦਰ ਦੀ ਸਰਕਾਰ ਦੀ ਦੋਨਾਂ ਦੀ ਬੜੀ ਭੁਗਤ ਹੈ, ਦੋਨਾਂ ਦੀ ਸਾਜ਼ਿਸ਼ ਹੈ। ਔਰ ਇਸ ਤੋਂ ਵੱਡੀ ਜਿਹੜੀ ਡਾਇਰੈਕਟ ਦਖਲਅੰਦਾਜ਼ੀ ਜਿਹੜੀ ਹੈ ਕਿਸੇ ਧਰਮ ਦੇ ਵਿੱਚ ਕੀ ਹੋ ਸਕਦੀ ਹੈ ਕਿ ਇਹ ਫੈਸਲਾ ਹੁਣ ਦੋਨੇ ਸਰਕਾਰਾਂ ਰਲ ਕੇ ਕਰਨਗੀਆਂ ਕਿ ਸਾਡੀ ਮਨਪਸੰਦੀ ਦੇ ਕਿਹੜੇ ਬੰਦੇ ਜਿਹੜੇ ਆ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਸੇਵਾ ਕਰਨ। ਮੈਨੂੰ ਲੱਗਦਾ ਕਿ ਜਿਹੜੀ ਚੰਗੀ ਸੇਵਾ ਕੋਵਿਡ ਦੇ ਵਿੱਚ ਜਿਹੜੀ ਹੈ ਦਿੱਲੀ ਕਮੇਟੀ ਨੇ ਕੀਤੀ ਆ ਔਰ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਸੇਵਾ ਕੀਤੀ ਆ, ਇਹਨੇ ਦੋਨਾਂ ਦੇ ਦਿੱਲੀ ਸਰਕਾਰ ਨੂੰ ਵੀ ਔਰ ਕੇਂਦਰ ਸਰਕਾਰ ਨੂੰ ਵੀ ਹਿਲਾਤਾ ਕਿ ਅਕਾਲੀ ਦਲ ਨੂੰ ਜਿਹੜੀ ਹੈ ਦੁਬਾਰਾ ਸੇਵਾ ਸੰਗਤ ਰਹੇਗੀ। ਇਸ ਕਰਕੇ ਪਹਿਲਾਂ ਹੀ ਘਬਰਾਹਟ ਦੇ ਵਿੱਚ ਆ ਕੇ ਔਰ ਇਸ ਤੋਂ ਵੱਡਾ ਲੋਕਤੰਤਰ ਦਾ ਕਤਲ ਕੀ ਹੋ ਸਕਦਾ ਕਿ ਤੁਸੀਂ ਪਾਰਟੀ ਨੂੰ ਇਲੈਕਸ਼ਨ ਲੜਨ ਤੋਂ ਰੋਕ ਰਹੇ। ਬਿਲਕੁਲ, ਸਾਡੇ ਨਾਲ ਫੁਲਕਾ ਸਾਹਿਬ ਵੀ ਜੁੜ ਚੁੱਕੇ ਨੇ। ਚੀਮਾ ਜੀ, ਤੁਸੀਂ ਵੀ ਬਣੇ ਹੋਏ ਹੋ। ਫੁਲਕਾ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ ਜ਼ੀ ਮੀਡੀਆ ਤੇ। ਜੀ ਫੁਲਕਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਇਸ ਫੈਸਲੇ ਨੂੰ ਕਿ ਨੋਟੀਫਿਕੇਸ਼ਨ ਦੇ ਵਿੱਚ ਅਕਾਲੀ ਦਲ ਬਾਦਲ ਦਾ ਨਾਂ ਹੀ ਨਹੀਂ ਹੈ? ਦੇਖੋ, ਕਾਨੂੰਨ ਇਹ ਕਹਿੰਦਾ ਕਿ ਸਿਰਫ ਧਾਰਮਿਕ ਪਾਰਟੀਆਂ ਹੀ ਚੋਣਾਂ ਲੜ ਸਕਦੀਆਂ ਜੀ। ਇਸ ਕਾਨੂੰਨ ਦੇ ਖਿਲਾਫ ਅਕਾਲੀ ਦਲ ਬਾਦਲ ਕੋਰਟ ਵਿੱਚ ਗਿਆ। ਕੋਰਟ ਨੇ ਇਹਨੂੰ ਸਟੇ ਦੇਣੋਂ ਮਨਾ ਕਰਤਾ ਤੇ ਇਹ ਕਾਨੂੰਨ ਜਦੋਂ ਲਾਗੂ ਆ ਤੇ ਸਰਨਾ ਦਲ ਤੋਂ ਵੀ ਹਾਈ ਕੋਰਟ ਨੇ ਸਰਨਾ ਦਲ ਨੂੰ ਕਿਹਾ ਕਿ ਤੁਸੀਂ ਜਾ ਕੇ ਐਫੀਡੇਵਿਟ ਦਿਓ ਕਿ ਤੁਸੀਂ ਧਾਰਮਿਕ ਪਾਰਟੀ ਹੋ ਤੇ ਤੁਸੀਂ ਪੋਲੀਟੀਕਲ ਪਾਰਟੀ ਨਹੀਂ ਹੋ ਜੀ। ਸਰਨਾ ਦਲ ਨੇ ਐਫੀਡੇਵਿਟ ਦਿੱਤਾ ਤਾਂ ਉਹਨਾਂ ਨੂੰ ਮਾਨਤਾ ਮਿਲੀ। ਇਹ ਬਾਦਲ ਦਲ ਤੋਂ ਵੀ ਉਹਨਾਂ ਨੇ ਐਫੀਡੇਵਿਟ ਮੰਗਿਆ, ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੇ, ਇਹਨਾਂ ਨੇ ਨਹੀਂ ਦਿੱਤਾ। ਇਹ ਜਿਹਦੇ ਨਾਲ ਐਫੀਡੇਵਿਟ ਕਿ ਅਸੀਂ ਧਾਰਮਿਕ ਪਾਰਟੀਆਂ, ਅਸੀਂ ਅਸੈਂਬਲੀ ਇਲੈਕਸ਼ਨ ਨਹੀਂ ਲੜਾਂਗੇ ਤੇ ਇਹਨਾਂ ਨੂੰ ਮਾਨਤਾ ਮਿਲ ਜੂ, ਕਿਉਂਕਿ ਸਿਰਫ ਧਾਰਮਿਕ ਪਾਰਟੀ ਨੂੰ ਮਿਲ ਸਕਦੀ ਹੈ ਨਾ। ਜਿਹੜਾ ਕਹਿੰਦੇ ਲੋਕਤੰਤਰ ਦਾ ਕਤਲ ਇਹ ਤਾਂ ਇੱਕ ਤਰ੍ਹਾਂ ਦਾ ਕਾਨੂੰਨ ਦਾ ਕਤਲ ਤੇ ਧਰਮ ਦਾ ਕਤਲ ਆ ਕੇ ਤੁਸੀਂ ਅਸੈਂਬਲੀ ਇਲੈਕਸ਼ਨ ਧਰਮ ਨਿਰਪੱਖ ਪਾਰਟੀ ਬਣ ਕੇ ਲੜੋ ਤੇ ਤੁਸੀਂ ਜੋ ਗੁਰਦੁਆਰੇ ਦੇ ਇਲੈਕਸ਼ਨ ਆ ਤੁਸੀਂ ਧਾਰਮਿਕ ਪਾਰਟੀ ਬਣ ਕੇ ਲੜੋ। ਚੀਮਾ ਸਾਹਿਬ, ਇਹ ਐਫੀਡੇਵਿਟ ਦੇ ਦੇਣ ਕਿ ਅਸੀਂ ਧਾਰਮਿਕ ਪਾਰਟੀ ਹਾਂ, ਅਸੀਂ ਅਸੈਂਬਲੀ ਇਲੈਕਸ਼ਨ ਨਹੀਂ ਲੜਾਂਗੇ, ਗੱਲ ਹੀ ਖਤਮ ਹੋ ਜੂਗੀ। ਹੋਏ ਚੀਮਾ ਸਾਹਿਬ, ਐਫੀਡੇਵਿਟ ਨਹੀਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ? ਸਾਹਿਬ ਬੜੇ ਸੀਨੀਅਰ ਐਡਵੋਕੇਟ ਆ, ਮੈਂ ਇੱਜ਼ਤ ਕਰਦਾ, ਪਰ 100% ਗੁੰਮਰਾਹ ਕਰ ਰਹੇ। ਇਹਨਾਂ ਨੂੰ ਪਤਾ ਹੈ ਕਿ ਜਿਹੜੇ ਰੂਲ ਬਣਾਏ ਆ ਕਾਂਗਰਸ ਸਰਕਾਰ ਨੇ ਦਿੱਲੀ ਦੇ ਵਿੱਚ 2010 ਦੇ ਵਿੱਚ ਬਣਿਆ, ਐਕਟ 1971 ਦੇ ਵਿੱਚ ਬਣਿਆ ਸੀ। ਐਕਟ ਦੇ ਵਿੱਚ ਕਿਤੇ ਵੀ ਰਿਲੀਜੀਅਸ ਪਾਰਟੀ ਦਾ ਜ਼ਿਕਰ ਨਹੀਂ ਹੈ। ਇਹ ਕਾਂਗਰਸ ਨੇ ਉਦੋਂ ਵੀ ਸਾਜ਼ਿਸ਼ ਰਚੀ ਸੀ ਤੇ ਅਸੀਂ ਜਿਹੜੀ ਹੈਗੀ ਆ ਦੂਜੀਆਂ ਪਾਰਟੀਆਂ ਨੂੰ ਰੋਕਣ ਵਾਸਤੇ ਉਸੇ ਬਾਅਦ ਰਿਲੀਜੀਅਸ ਰੂਲ ਦੇ ਵਿੱਚ ਐਡ ਕੀਤਾ। ਕੋਈ ਵੀ ਰੂਲ ਕਿਸੇ ਵੀ ਐਕਟ ਦੇ ਰੂਲ ਦੀ ਸਪਿਰਿਟ ਦੇ ਐਕਟ ਦੀ ਸਪਿਰਿਟ ਦੇ ਅਗੇਂਸਟ ਨਹੀਂ ਬਣ ਸਕਦਾ। ਫੁਲਕਾ ਸਾਹਿਬ ਨੂੰ ਚੰਗੀ ਤਰ੍ਹਾਂ ਪਤਾ। ਇਸ ਕਰਕੇ ਇਸ ਤਰ੍ਹਾਂ ਗੁੰਮਰਾਹ ਨਹੀਂ ਕਰਨਾ ਚਾਹੀਦਾ। 2012 ਦੇ ਰੂਲ ਕਿਉਂ ਨਹੀਂ ਲਾਗੂ ਹੋਏ? ਮੈਂ ਫੁਲਕਾ ਸਾਹਿਬ ਨੂੰ ਪੁੱਛਦਾ 2017 ਦੇ ਵਿੱਚ ਇਲੈਕਸ਼ਨ ਹੋਈ, ਇਹ ਰੂਲ ਲਾਗੂ ਕਿਉਂ ਨਹੀਂ ਹੋਏ? ਇਹ ਰੂਲ ਤਾਂ 2010 'ਚ ਬਣੇ ਸੀ।
ਹੁਣ ਦਿੱਲੀ ਦੀ ਸਰਕਾਰ ਤੇ ਜਿਹੜੀ ਹੈਗੀ ਆ ਨਾਲ ਕੇਂਦਰ ਦੀ ਸਰਕਾਰ ਦੋਨਾਂ ਨੇ ਰਲ ਕੇ ਜਦੋਂ ਇਹਨਾਂ ਨੂੰ ਲੱਗਦਾ ਕਿ ਇਸ ਵੇਲੇ ਜਿਹੜੀ ਮੌਜੂਦਾ ਜਿਹੜੀ ਦਿੱਲੀ ਕਮੇਟੀ ਆ ਉਹਦੀ ਸੇਵਾ ਲੋਕਾਂ ਨੇ ਪ੍ਰਵਾਨ ਕੀਤੀ ਹੈ ਤੇ ਇਹਨਾਂ ਨੂੰ ਡਰ ਲੱਗਣ ਲੱਗ ਗਿਆ ਕਿ ਇਸ ਪਾਰਟੀ ਨੂੰ ਇਲੈਕਸ਼ਨ ਲੜਨ ਤੋਂ ਰੋਕੋ। ਇਹਨਾਂ ਨੂੰ ਪੁੱਛੋ ਐਕਟ ਦੇ ਵਿੱਚ ਕਿੱਥੇ ਪ੍ਰੋਵੀਜ਼ਨ ਹੈ, ਇੰਨੇ ਸੀਨੀਅਰ ਐਡਵੋਕੇਟ ਹੈ, ਕਿੱਥੇ ਓਰੀਜਨਲ ਐਕਟ ਦੇ ਵਿੱਚ ਕਿੱਥੇ ਵੀ ਰਿਲੀਜੀਅਸ ਪਾਰਟੀ ਦਾ ਜ਼ਿਕਰ ਹੋ। ਫੁਲਕਾ ਸਾਹਿਬ ਟਾਈਮਿੰਗ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ। ਇੱਕ ਬੇਨਤੀ ਆ ਕਿ ਚੀਮਾ ਸਾਹਿਬ ਇਸ ਕਾਨੂੰਨ ਦੇ ਖਿਲਾਫ ਅਕਾਲੀ ਦਲ ਬਾਦਲ ਹਾਈ ਕੋਰਟ ਗਿਆ ਕਿ ਜੀ ਇਹ ਕਾਨੂੰਨ ਗਲਤ ਆ ਕਿ ਸਿਰਫ ਧਾਰਮਿਕ ਪਾਰਟੀਆਂ ਹੀ ਚੋਣਾਂ ਲੜ ਸਕਦੀਆਂ। ਹਾਈ ਕੋਰਟ ਨੇ ਇਹਨਾਂ ਨੂੰ ਕੋਈ ਸਟੇ ਨਹੀਂ ਦਿੱਤੀ। ਜਦੋਂ ਹਾਈ ਕੋਰਟ ਨੇ ਕੋਈ ਸਟੇ ਨਹੀਂ ਦਿੱਤੀ, ਅੱਜ ਪਹਿਲੇ ਹਾਈ ਕੋਰਟ ਕਿਹਾ ਆਇਆ ਹੁਣ ਆਉਣ ਵਾਲਾ ਜਾਂ 2 ਵਜੇ ਵਾਸਤੇ ਰੱਖਿਆ ਬੈਠਾ ਦਾ ਕੇਸ। ਅੱਜ ਫਿਰ ਪਤਾ ਚੱਲ ਰਿਹਾ ਕਾਨੂੰਨ ਗਲਤ ਆ। ਰਾਜਨੀਤੀ ਨਾ ਕਰੋ ਫੁਲਕਾ ਸਾਹਿਬ, ਜਿਹੜੀ ਟੈਕਨੀਕਲ ਦਾ ਪੁਆਇੰਟ ਕੀਤਾ ਮੈਨੂੰ ਜਵਾਬ ਦਿਓ। ਠੀਕ ਹੈ, ਇੱਕ ਇੱਕ ਕਰਕੇ ਚੀਮਾ ਸਾਹਿਬ ਆਉਂਗੀ ਤੁਹਾਡੇ ਕੋਲ। ਫੁਲਕਾ ਸਾਹਿਬ ਦੇਖੋ ਇਹਨਾਂ ਦਾ ਕੇਸ ਆ ਲੱਗਿਆ ਸੀ ਪਿਛਲੇ ਹਾਈ ਕੋਰਟ ਨੇ ਸਾਫ਼ ਬਣਾ ਕਰਤਾ ਮਾਨਤਾ ਦੇ ਲੋ ਤੇ ਹੁਣ ਕੇਸ ਆਉਣ ਵਾਲਾ ਹੀ ਆ। ਬਸ ਹੁਣ ਮੈਂ ਤਾਂ ਆਪਣੀ ਟੇਬਲ ਤੇ ਬੈਠਾ ਉਹੀ ਫਾਈਲਾਂ ਪੜ ਰਿਹਾ। ਕੇਸ 2 ਵਜੇ ਫਿਰ ਲੱਗਿਆ ਵਾ, ਫਿਰ ਪਤਾ ਚੱਲ ਜੂਗਾ ਹੁਣ ਇੱਕ ਧਾਰਮਿਕ ਪਾਰਟੀ ਵਾਲਾ ਕਾਨੂੰਨ ਸਹੀ ਆ ਕਿ ਗਲਤ ਆ। ਮੈਨੂੰ ਹੁਣ ਤੁਸੀਂ ਮਾਫੀ ਦਿਓ, ਮੈਂ ਆਪਣਾ ਕੇਸ ਤਿਆਰ ਕਰ ਜੀ। ਚੀਮਾ ਸਾਹਿਬ ਜਿਹੜਾ ਮੈਂ ਟੈਕਨੀਕਲ ਕੁਐਸਚਨ ਕੀਤਾ ਕਿ ਐਕਟ ਦੇ ਵਿੱਚ ਕਿਤੇ ਵੀ ਹੈ ਪ੍ਰੋਵੀਜ਼ਨ, ਉਹਦਾ ਇਹਨਾਂ ਨੂੰ ਪੁੱਛੋ ਤੇ ਬਤੌਰ ਵਕੀਲ ਦੱਸਣ ਕਿ ਜਿਹੜੇ ਐਕਟ ਦੇ ਵਿੱਚ ਕਿੱਥੇ ਹੈ ਜਿਹੜਾ 1975 ਐਕਟ ਬਣਿਆ। ਠੀਕ ਹੈ, ਬਹੁਤ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਵੀ। ਫੁਲਕਾ ਸਾਹਿਬ ਦਾ ਵੀ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬਹਰਾਲ ਇਹ ਵੱਡਾ ਬਦਲ ਜੋ ਹੈ ਇਸ ਦੇ ਵਿੱਚ ਕੀਤਾ ਗਿਆ। ਨੋਟੀਫਿਕੇਸ਼ਨ ਦੇ ਵਿੱਚ ਅਕਾਲੀ ਦਲ ਬਾਦਲ ਦਾ ਨਾਂ ਨਹੀਂ ਹੈ, ਸਿਰਫ ਧਾਰਮਿਕ ਪਾਰਟੀਆਂ ਨੂੰ ਹੀ ਚੋਣ ਲੜਨ ਦੀ ਇਜਾਜ਼ਤ ਦਾ ਵੇਰਵਾ ਦਿੰਦਿਆਂ ਹੋਇਆਂ ਸਿਰਫ 6 ਪਾਰਟੀਆਂ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਗਈ ਹੈ। DSGMC ਦੀਆਂ ਇਹਨਾਂ ਚੋਣਾਂ ਦੇ ਨਾਲ ਜੁੜੀ ਇਹ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਹਾਲਾਂਕਿ ਤਰਕ ਲਗਾਤਾਰ ਆਪੋ ਆਪਣੇ ਜਾਰੀ ਨੇ, ਪਰ ਅਕਾਲੀ ਦਲ ਬਾਦਲ ਇਸ ਵਾਰ ਚੋਣਾਂ ਨਹੀਂ ਲੜ ਸਕੇਗਾ। ਸੋ 6 ਪਾਰਟੀਆਂ ਦਾ ਨਾਮ ਹੈ ਇਸ ਦੇ ਵਿੱਚ ਪੰਥਕ ਸੇਵਾ ਦਲ, ਆਮ ਅਕਾਲੀ ਦਲ, ਜਗ ਆਸਰਾ, ਗੁਰੂ ਓਟ, ਪੰਥਕ ਅਕਾਲੀ ਲਹਿਰ, ਸਿੱਖ ਸਦਭਾਵਨਾ ਦਲ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ। ਇਹ 6 ਪਾਰਟੀਆਂ ਨੇ ਤੇ ਉਸ ਦੀ ਕਾਪੀ ਵੀ ਤੁਸੀਂ ਦੇਖ ਰਹੇ ਹੋ ਜੋ ਨੋਟੀਫਿਕੇਸ਼ਨ ਸਾਹਮਣੇ ਆਇਆ। ਉਸ ਨੋਟੀਫਿਕੇਸ਼ਨ ਦੀ ਕਾਪੀ ਤੁਹਾਡੀ ਟੀਵੀ ਸਕਰੀਨ ਤੇ ਹੈ ਜਿਸ ਦੇ ਵਿੱਚ ਇਹਨਾਂ 6 ਪਾਰਟੀਆਂ ਦਾ ਜ਼ਿਕਰ ਹੈ। 6 ਪਾਰਟੀਆਂ ਪੰਥਕ ਸੇਵਾ ਦਲ, ਆਮ ਅਕਾਲੀ ਦਲ, ਜਗ ਆਸਰਾ, ਗੁਰੂ ਓਟ, ਪੰਥਕ ਅਕਾਲੀ ਲਹਿਰ, ਸਿੱਖ ਸਦਭਾਵਨਾ ਦਲ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ। ਸੋ ਇਹ 6 ਪਾਰਟੀਆਂ ਨੇ ਜੋ ਇਸ ਵਾਰ ਇਲੈਕਸ਼ਨਸ ਦੇ ਵਿੱਚ ਹਿੱਸਾ ਲੈ ਸਕਣਗੀਆਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਹ ਚੋਣਾਂ ਜੋ ਨੇ ਅੱਜ ਤੋਂ ਨੋਟੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ। 7 ਤਰੀਕ ਤੱਕ ਨੋਟੀਫਿਕੇਸ਼ਨ ਨਾਮਜ਼ਦਗੀ ਦੀ ਪ੍ਰਕਿਰਿਆ ਅੱਜ ਤੋਂ ਮਾਫ ਕਰਨਾ ਸ਼ੁਰੂ ਹੋ ਜਾਏਗੀ ਤੇ 7 ਤਰੀਕ ਤੱਕ ਨਾਮਜ਼ਦਗੀਆਂ ਭਰ ਸਕਦੇ ਨੇ ਉਮੀਦਵਾਰ। ਉਸ ਤੋਂ ਬਾਅਦ 25 ਤਰੀਕ ਨੂੰ VOTING ਹੋਏਗੀ ਤੇ ਫਿਰ 28 ਤਰੀਕ ਨੂੰ ਵੋਟਾਂ ਦੀ ਗਿਣਤੀ ਤੇ ਨਤੀਜੇ ਵੀ ਐਲਾਨੇ ਜਾਣਗੇ। ਸੋ ਇਸ ਨੋਟੀਫਿਕੇਸ਼ਨ ਦੀ ਕਾਪੀ ਐਕਸਕਲੂਸਿਵਲੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਤੁਸੀਂ ਵੇਖ ਰਹੇ ਹੋ। ਤੇ ਸਭ ਤੋਂ ਪਹਿਲਾਂ ਜੋ 6 ਪਾਰਟੀਆਂ ਨੇ ਉਹ ਦਰਜ ਨੇ ਇਸ ਦੇ ਵਿੱਚ, ਉਹਨਾਂ ਦੇ ਕਿਹੜੇ-ਕਿਹੜੇ ਸਿੰਬਲਸ ਨੇ ਜੋ ਇਹਨਾਂ ਨੂੰ ਅਲਾਟ ਕੀਤੇ ਗਏ ਨੇ ਉਹ ਵੀ ਇਸ ਲਿਸਟ ਦੇ ਵਿੱਚ ਦੱਸਿਆ ਗਿਆ। ਪੰਥਕ ਸੇਵਾ ਦਲ ਨੂੰ ਕਿਸਾਨ ਡਰਾਈਵਿੰਗ ਟਰੈਕਟਰ ਚਲਾਉਂਦਾ ਹੋਇਆ ਕਿਸਾਨ ਇਸ ਦਾ ਸਿੰਬਲ ਹੋਏਗਾ ਪਾਰਟੀ ਦਾ, ਤੇ ਇੱਕ ਕਾਲਾ ਬੋਰਡ ਹੋਏਗਾ ਆਮ ਅਕਾਲੀ ਦਲ ਦਾ ਸਿੰਬਲ। ਕਿਤਾਬ ਹੋਏਗੀ ਜਗ ਆਸਰਾ, ਗੁਰੂ ਓਟ ਇਸ ਪਾਰਟੀ ਦਾ ਸਿੰਬਲ ਕਿਤਾਬ ਹੋਏਗੀ। ਤੇ ਪੰਥਕ ਅਕਾਲੀ ਲਹਿਰ ਦਾ ਸਿੰਬਲ ਹੋਏਗੀ ਇੱਕ ਮੋਮਬੱਤੀ। ਤੇ ਟੇਬਲ ਲੈਂਪ ਸਿੱਖ ਸਦਭਾਵਨਾ ਦਲ ਦਾ ਸਿੰਬਲ ਹੋਏਗਾ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਸਿੰਬਲ ਹੋਏਗੀ ਗੱਡੀ। ਮਨਜੀਤ ਜੀ ਕੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਕੇ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਜ਼ੀ ਮੀਡੀਆ ਤੇ। ਸਤਿ ਸ਼੍ਰੀ ਅਕਾਲ ਜੀ। ਜੀ ਕੇ ਸਾਹਿਬ ਕਿਸ ਤਰ੍ਹਾਂ ਵੇਖ ਰਹੇ ਹੋ ਇਸ ਫੈਸਲੇ ਨੂੰ? 6 ਪਾਰਟੀਆਂ ਨੇ ਦੱਸਿਆ ਜਾ ਰਿਹਾ, 6ਵੇਂ ਰਿਲੀਜੀਅਸ ਪਾਰਟੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਾਂ ਨਹੀਂ ਹੈ। ਦੇਖੋ ਇਹ ਅਮੈਂਡਮੈਂਟ 2010 ਦੇ ਵਿੱਚ ਸ਼ੀਲਾ ਦੀਕਸ਼ਿਤ ਨੇ ਕੀਤੀ ਸੀ। ਸਾਡਾ ਗੁਰਦੁਆਰਾ ਐਕਟ ਜਿਹੜਾ 1971 ਹੈ ਉਹਦੇ ਸ਼ੀਲਾ ਦੀਕਸ਼ਿਤ ਨੇ ਅਮੈਂਡਮੈਂਟ ਕੀਤੀ ਸੀ, ਲੇਕਿਨ 2013 ਦੀ ਇਲੈਕਸ਼ਨ 17 ਦੀ ਇਲੈਕਸ਼ਨ 'ਚ ਇੰਪਲੀਮੈਂਟ ਹੋ ਨਹੀਂ ਸਕਿਆ।
2017 ਚ ਕਿਸੇ ਨੇ ਕੇਸ ਪਾਇਆ, ਕੋਰਟ 'ਚ ਗਿਆ ਔਰ ਉਸ ਕੋਰਟ ਨੇ ਆਰਡਰ ਕਰ ਦਿੱਤਾ ਅੱਜ ਤੋਂ 10 ਦਿਨ ਪਹਿਲੇ ਡਿਵੀਜ਼ਨ ਬੈਂਚ ਨੇ ਕਿ ਰੂਲ 14 ਦੇ ਵਿੱਚ ਜਿਹੜੀ ਅਮੈਂਡਮੈਂਟ ਹੋਈ ਹੈ ਉਹ ਫੋਲੋ ਹੋਣੀ ਚਾਹੀਦੀ ਹੈ, ਲੈਟਰ ਐਂਡ ਸਪਿਰਿਟ ਦੇ ਵਿੱਚ ਇਨ ਬਿਨ ਫੋਲੋ ਹੋਣੀ ਚਾਹੀਦੀ ਹੈ। ਉਸ ਫੋਲੋ ਹੋਣ ਦੇ ਵਿੱਚ ਕਿਉਂਕਿ ਅਸੀਂ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਅਸੀਂ ਆਪਣੇ ਆਪ ਨੂੰ ਟਾਈਮ ਰਹਿੰਦੇ ਰਜਿਸਟਰ ਕਰਾ ਲਿਆ ਸੀ, ਰਜਿਸਟਰਾਰ ਆਫ ਸੁਸਾਇਟੀਜ਼ ਐਜ਼ ਏ ਰਿਲੀਜੀਅਸ ਪਾਰਟੀ। ਅਕਾਲੀ ਦਲ ਨਹੀਂ ਕਰਾ ਸਕੀ ਕਿਉਂਕਿ ਅਕਾਲੀ ਦਲ ਦੀ ਮਜਬੂਰੀ ਸੀ, ਇਹਨਾਂ ਨੇ ਐਮਐਲਏ ਲੜਨੇ ਹੁੰਦੇ ਨੇ, ਇਹਨਾਂ ਨੇ ਐਮਪੀ ਦੀ ਇਲੈਕਸ਼ਨਾਂ ਲੜਨੀਆਂ ਹੁੰਦੀਆਂ ਨੇ, ਇਹਨਾਂ ਨੇ ਨਹੀਂ ਕੀਤਾ। ਹੁਣ ਅੱਜ ਵੀ ਐਫੀਡੇਵਿਟ ਮੰਗਿਆ ਇਲੈਕਸ਼ਨ ਕਮਿਸ਼ਨ ਨੇ, ਜਿਹੜਾ ਐਫੀਡੇਵਿਟ ਦੇਣ ਦੇ ਵਿੱਚ ਅਕਾਲੀ ਦਲ ਸਮਰਥ ਨਹੀਂ ਹੈ। ਅਗਰ ਇਹ ਐਫੀਡੇਵਿਟ ਦਿੰਦਾ ਤੇ ਇਹਨਾਂ ਦੀ ਐਫੀਲੀਏਸ਼ਨ ਕੈਂਸਲ ਹੋ ਜਾਏਗੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ 'ਚ ਫਿਰ ਐਮਪੀ ਐਮਐਲਏ ਦੀ ਇਲੈਕਸ਼ਨ ਨਹੀਂ ਲੜ ਪਾਣਗੇ। ਸੋ ਇਸ ਕਰਕੇ ਇਹਨਾਂ ਨੂੰ ਦਿੱਕਤ ਆ ਰਹੀ ਹੈ, ਇਹਨਾਂ ਨੂੰ ਕੋਈ ਨਾ ਕੋਈ ਰਸਤਾ ਕੱਢਣਾ ਪਏਗਾ। ਮੈਨੂੰ ਪਤਾ ਲੱਗਾ ਅੱਜ ਕੋਰਟ 'ਚ ਗਏ ਨੇ ਔਰ ਅੱਜ ਕੋਰਟ ਦੇ ਵਿੱਚ ਇਹਨਾਂ ਨੇ ਐਪਲੀਕੇਸ਼ਨ ਲਗਾਈ ਹੈ। ਪਰ ਜੀਕੇ ਸਾਹਿਬ ਸਾਡੇ ਨਾਲ ਡਾਕਟਰ ਦਲਜੀਤ ਚੀਮਾ ਜੁੜੇ, ਉਹਨਾਂ ਨੇ ਟਾਈਮਿੰਗ ਨੂੰ ਲੈ ਕੇ ਸਵਾਲ ਚੁੱਕੇ ਨੇ ਕਿ ਕਿਉਂਕਿ ਵੱਖ ਹੋ ਗਏ ਸ਼ਾਇਦ ਇਸ ਲਈ ਇਹ ਰੜਕਾਂ ਕੱਢੀਆਂ ਗਈਆਂ ਨੇ। ਉਹਨਾਂ ਦੇ ਮੁਤਾਬਕ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਹੈ ਇਹ। ਮੈਂ ਇਹ ਸਮਝਦਾ ਵਾਂ ਕਿ ਇਹ ਕੋਰਟ ਦਾ ਫੈਸਲਾ ਹੈ, ਦਿੱਲੀ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਤੇ ਕੋਈ ਲੈਣ ਦੇਣ ਨਹੀਂ ਹੈਗਾ। ਇਹ ਕੋਰਟ ਦਾ ਫੈਸਲਾ, ਡਬਲ ਬੈਂਚ ਦਾ ਫੈਸਲਾ ਹੈ। ਉਹਦੇ ਵਿੱਚ ਦਿੱਲੀ ਸਰਕਾਰ ਨੇ ਤੇ ਰਾਹ ਦੇ ਦਿੱਤਾ ਸੀਗਾ ਇਹਨਾਂ ਨੂੰ, ਪਹਿਲੇ ਇਹਨਾਂ ਨੂੰ ਸਬਮਿਸ਼ਨ ਜਿਹੜੀ ਦਿੱਤੀ ਹੈ ਦਿੱਲੀ ਸਰਕਾਰ ਨੇ ਇਹਨਾਂ ਨੂੰ ਅਲਾਉ ਕਰ ਦਿੱਤਾ, ਜੱਜ ਨਹੀਂ ਮੰਨਿਆ। ਜੱਜ ਸਾਹਿਬ ਨੇ ਆਖਿਆ ਕਿ ਨਹੀਂ ਇਹ ਫੋਲੋ ਹੋਣਾ ਚਾਹੀਦਾ। ਕੇਜਰੀਵਾਲ ਤੇ ਮੇਰੇ ਹਿਸਾਬ ਨਾਲ ਕੇਜਰੀਵਾਲ ਨਾਲ ਤੇ ਕਿਤੇ ਨਾ ਕਿਤੇ ਇਹਨਾਂ ਦੀ ਸਾਂਝ ਹੈਗੀ ਹੈ ਜੀ ਜੀ। ਤੇ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ 12 ਚ ਨਹੀਂ ਫੋਲੋ ਕੀਤਾ ਗਿਆ, 17 ਚ ਨਹੀਂ ਫੋਲੋ ਕੀਤਾ ਗਿਆ, ਹੁਣੀ ਕਿਉਂ? ਇਹ ਤਾਂ ਹੁਣ ਇਹ ਕੋਰਟ ਨੂੰ ਪੁੱਛਣਾ ਜੀ, ਇਹ ਅਸੀਂ ਥੋੜੀ ਜਵਾਬ ਦੇ ਸਕਦੇ ਹਾਂ। ਇਹ ਕੋਰਟ ਨੂੰ ਪੁੱਛਿਆ ਜਾਵੇ। ਕੋਰਟ ਦੇ ਵਿੱਚ ਇੱਕ ਆਮ ਅਕਾਲੀ ਦਲ ਹੈਗਾ ਜੀ, ਉਹ ਆਮ ਅਕਾਲੀ ਦਲ ਜਿਹੜਾ ਹੈਗਾ ਉਹਦਾ ਉਹ ਕੇਜਰੀਵਾਲ ਦੀ ਪਾਰਟੀ ਦਾ ਨਹੀਂ ਹੈ। ਕੇਜਰੀਵਾਲ ਦੀ ਪਾਰਟੀ ਨਾਲ ਜਿਹੜਾ ਐਫੀਲੀਏਟਡ ਅਕਾਲੀ ਦਲ ਹੈਗਾ ਉਸ ਨੂੰ ਪੰਥਕ ਸੇਵਾ ਦਲ ਕਹਿੰਦੇ ਨੇ ਜੀ। ਸੋ ਇਹ ਆਮ ਅਕਾਲੀ ਦਲ ਨੇ 2017 ਚ ਲੀਡਰ ਪਾਈ ਸੀਗੀ, ਉਹਦਾ ਫੈਸਲਾ ਇਲੈਕਸ਼ਨ ਦੇ ਟਾਈਮ ਤੇ ਆ ਗਿਆ। ਇਹ ਨੁਕਸਾਨ ਜ਼ਰੂਰ ਹੋਇਆ ਇਹਨਾਂ ਨੂੰ ਜੀ ਜੀ। ਚਲੋ ਬਹੁਤ ਸ਼ੁਕਰੀਆ ਜੀਕੇ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਇਹਨਾਂ ਖਬਰਾਂ ਦੇ ਨਾਲ ਇਸ ਬੁਲੇਟਿਨ ਦੇ ਵਿੱਚ ਵੀ ਨਹੀਂ, ਤੁਸੀਂ ਬਣੇ ਰਹੋ ਜ਼ੀ ਮੀਡੀਆ ਦੇ ਨਾਲ। ਸਤਿ ਸ਼੍ਰੀ ਅਕਾਲ।